ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਣ ਦੀ ਤਿਆਰੀ ਆਈਆਰਸੀਸੀ ਵੱਲੋਂ ਜਲਦ ਕੀਤਾ ਜਾਵੇਗਾ ਐਲਾਨ। ਟਰੂਡੋ ਨੂੰ ਕਿਸਨੇ ਕੀਤਾ ਨਿਰਾਸ਼, ਹਾਕੀ ਕੈਨੇਡਾ ਦੇ ਜਵਾਬ ਤੇ ਟਰੂਡੋ ਦੀ ਟਿੱਪਣੀ। ਟੋਰਾਂਟੋ ਵਿੱਚ ਘਰਾਂ ਦੀ ਸੇਲ ਹੋਈ ਘੱਟ, 44% ਦੀ ਆਈ ਕਮੀ। 900 ਘਰਾਂ ਦੀ ਨਹੀਂ ਠੀਕ ਹੋਈ ਬਿਜਲੀ, ਹੁਰੀਕੇਨ ਦਾ ਅਸਰ ਅਜੇ ਵੀ ਜਾਰੀ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪੀਆਰ ਪ੍ਰੋਗਰਾਮ ਸੰਬੰਧੀ ਹੁਣ ਵੱਡਾ ਐਲਾਨ ਕੀਤਾ ਜਾਵੇਗਾ। ਜੀ ਹਾਂ, ਆਈਆਰਸੀਸੀ ਵੱਲੋਂ ਅਗਲੇ ਕੁਝ ਦਿਨਾਂ ਦੌਰਾਨ ਇਮੀਗ੍ਰੇਸ਼ਨ ਲੈਵਲਸ ਪਲਾਨ ਜਾਰੀ ਕੀਤਾ ਜਾਏਗਾ, ਜਿਸ ਵਿੱਚ ਦੱਸਿਆ ਜਾਵੇਗਾ ਕਿ ਕੈਨੇਡਾ ਵੱਲੋਂ ਸਾਲਾਨਾ ਕਿੰਨੇ ਪੀਆਰ ਦਾ ਸਵਾਗਤ ਕੀਤਾ ਜਾਣਾ ਹੈ। ਦੱਸ ਦਈਏ ਕਿ ਹੁਣ ਤੱਕ 3 ਲੱਖ ਤੋਂ ਵੱਧ ਕੈਨੇਡਾ ਦੇ ਵਿੱਚ ਪੀਆਰ ਦਾ ਸਵਾਗਤ ਕੀਤੇ ਜਾਣ ਦੀ ਆਈਆਰਸੀਸੀ ਵੱਲੋਂ ਰਿਪੋਰਟ ਦਿੱਤੀ ਗਈ ਹੈ। ਕੈਨੇਡਾ ਵੱਲੋਂ ਜਲਦ ਹੀ ਇਮੀਗ੍ਰੇਸ਼ਨ ਲੈਵਲਸ ਪਲਾਨ ਦਾ ਐਲਾਨ ਕੀਤਾ ਜਾਵੇਗਾ। ਜੀ ਹਾਂ, ਕੈਨੇਡਾ ਆਪਣਾ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2023 ਤੋਂ ਸਾਲ 2025 ਜਾਰੀ ਕਰਨ ਜਾ ਰਿਹਾ ਹੈ। ਇਸ ਵਿੱਚ ਦੱਸਿਆ ਜਾਵੇਗਾ ਕਿ ਆਈਆਰਸੀਸੀ ਵੱਲੋਂ ਹੁਣ ਕਿੰਨੇ ਪੀਆਰ ਦਾ ਸਵਾਗਤ ਕੀਤਾ ਜਾਵੇਗਾ। ਇਸ ਤਾਜ਼ਾ ਜਾਣਕਾਰੀ ਦੇ ਵਿੱਚ ਇਕਨੋਮਿਕ ਕਲਾਸ, ਫੈਮਿਲੀ ਕਲਾਸ, ਹਿਊਮੈਨਿਟੇਰੀਅਨ ਕਲਾਸ ਪ੍ਰੋਗਰਾਮ ਸੰਬੰਧੀ ਜਿਹੜੇ ਇਮੀਗ੍ਰੈਂਟਸ ਅਗਲੇ 3 ਸਾਲਾਂ ਲਈ ਆਉਣ ਵਾਲੇ ਨੇ, ਉਸ ਬਾਰੇ ਸਾਰੀ ਡਿਟੇਲ ਸਾਂਝੀ ਕੀਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ 1 ਨਵੰਬਰ ਨੂੰ ਇਸ ਬਾਰੇ ਐਲਾਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਪਹਿਲਾ ਇਮੀਗ੍ਰੇਸ਼ਨ ਪਲਾਨ ਫਰਵਰੀ ਮਹੀਨੇ ਦੌਰਾਨ ਦੱਸਿਆ ਗਿਆ ਸੀ ਤੇ ਹੁਣ ਸਰਕਾਰ ਦੂਸਰੇ ਇਮੀਗ੍ਰੇਸ਼ਨ ਲੈਵਲਸ ਪਲਾਨ ਬਾਰੇ ਦੱਸਣ ਜਾ ਰਹੀ ਹੈ। ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਉਸ ਤੋਂ ਬਾਅਦ ਪਤਾ ਚੱਲਿਆ ਹੈ ਕਿ ਇਸ ਸਾਲ ਇਮੀਗ੍ਰੇਸ਼ਨ ਦੇ ਨਾਲ ਜੁੜੇ ਹੋਏ 2 ਐਲਾਨ ਹੋ ਰਹੇ ਨੇ। ਸਰਕਾਰ ਵੱਲੋਂ ਇਮੀਗ੍ਰੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਸਰਕਾਰ ਦਾ ਜ਼ੋਰ ਹੈ ਕਿ ਜਲਦ ਹੀ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ ਤੇ ਇਮੀਗ੍ਰੇਸ਼ਨ ਦੇ ਵਿੱਚ ਕਈ ਵੱਡੇ ਬਦਲਾਵ ਕਰਨ ਦਾ ਸਮੇਂ-ਸਮੇਂ ਤੇ ਉਹਨਾਂ ਵੱਲੋਂ ਜ਼ਿਕਰ ਕੀਤਾ ਜਾਂਦਾ ਹੈ। ਦੱਸ ਦਈਏ ਕਿ ਜੋ ਮੌਜੂਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਲ 2022 ਤੋਂ ਸਾਲ 2024 ਤੱਕ ਦਾ ਹੈ, ਉਸ ਦੇ ਵਿੱਚ ਟੀਚਾ ਤੈਅ ਕੀਤਾ ਗਿਆ ਕਿ 4 ਲੱਖ ਤੋਂ ਵੱਧ ਦਾ ਸਾਲਾਨਾ ਸਵਾਗਤ ਕੀਤਾ ਜਾਵੇਗਾ। ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਇਸ ਵਾਰ ਵਾਧਾ ਦੇਖਣ ਨੂੰ ਮਿਲਿਆ। ਹੁਣ ਤੱਕ ਆਈਆਰਸੀਸੀ ਦੇ ਅੰਕੜੇ ਦੱਸਦੇ ਨੇ ਕਿ 3 ਲੱਖ ਤੋਂ ਵੱਧ ਨਵੇਂ ਪੀਆਰ ਦਾ ਕੈਨੇਡਾ ਦੇ ਵਿੱਚ ਸਵਾਗਤ ਕੀਤਾ ਜਾ ਚੁੱਕਿਆ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਇਕਨੋਮਿਕ ਕਲਾਸ ਪ੍ਰੋਗਰਾਮ ਦੇ ਨਾਲ ਸੰਬੰਧ ਰੱਖਦੇ ਹਨ। ਸਾਲ 2022 ਵਾਸਤੇ ਇਕਨੋਮਿਕ ਕਲਾਸ ਇਮੀਗ੍ਰੈਂਟਸ ਦਾ ਟਾਰਗੇਟ 2,41,850 ਦਾ ਰੱਖਿਆ ਗਿਆ, ਜਿਸ ਦਾ ਮਤਲਬ ਹੈ ਕਿ ਕੁੱਲ ਇਮੀਗ੍ਰੈਂਟਸ ਵਾਸਤੇ ਇਹ 60% ਦਾ ਅੰਕੜਾ ਹੈ। ਸਾਲ 2022 ਦੇ ਪਲਾਨ ਦੇ ਵਿੱਚ 1,05,000 ਫੈਮਿਲੀ ਕਲਾਸ ਇਮੀਗ੍ਰੈਂਟਸ, 8,250 ਰਿਫਿਊਜੀ ਤੇ ਹਿਊਮੈਨਿਟੇਰੀਅਨ ਕਲਾਸ ਨੂੰ ਸ਼ਾਮਿਲ ਕੀਤਾ ਗਿਆ ਹੈ। ਹੁਣ ਸਰਕਾਰ ਵੱਲੋਂ ਜੋ ਤਾਜ਼ਾ ਐਲਾਨ ਕੀਤਾ ਜਾਵੇਗਾ, ਉਸ ਤੋਂ ਪਤਾ ਲੱਗੇਗਾ ਕਿ ਆਉਣ ਵਾਲੇ ਸਮੇਂ ਦੌਰਾਨ ਕੈਨੇਡਾ ਦੇ ਵਿੱਚ ਕਿੰਨੇ ਪੀਆਰ ਦਾ ਸਵਾਗਤ ਕੀਤਾ ਜਾਵੇਗਾ। ਹਾਕੀ ਕੈਨੇਡਾ ਵੱਲੋਂ ਜੋ ਇਲਜ਼ਾਮ ਲੱਗਣ ਤੋਂ ਬਾਅਦ ਰਿਸਪੌਂਸ ਦਿੱਤਾ ਗਿਆ, ਉਸ ਰਿਸਪੌਂਸ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਹੁਤੇ ਖੁਸ਼ ਨਹੀਂ। ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਮੈਂ ਇਸ ਰਿਸਪੌਂਸ ਤੋਂ ਨਿਰਾਸ਼ ਹਾਂ। ਇਸ ਤੋਂ ਇਲਾਵਾ ਹਾਕੀ ਕੈਨੇਡਾ ਵੱਲੋਂ ਕੀ ਰਿਸਪੌਂਸ ਦਿੱਤਾ ਗਿਆ, ਮੰਤਰੀ ਇਸ ਬਾਰੇ ਕੀ ਕਹਿ ਰਹੇ ਨੇ, ਤੁਹਾਨੂੰ ਸਾਰੀ ਜਾਣਕਾਰੀ ਇਸ ਖਬਰ ਦੇ ਵਿੱਚ ਦੇਵਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਰਿਸਪੌਂਸ ਨੇ ਪਰੇਸ਼ਾਨ ਕਰ ਦਿੱਤਾ। ਪ੍ਰਧਾਨ ਮੰਤਰੀ ਕਹਿੰਦੇ ਨੇ ਕਿ ਇਹ ਰਿਸਪੌਂਸ ਦਿਮਾਗ ਨੂੰ ਪਰੇਸ਼ਾਨ ਕਰਨ ਵਾਲਾ ਹੈ। ਦਰਅਸਲ ਇਹ ਬਿਆਨ ਟਰੂਡੋ ਵੱਲੋਂ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਤੇ ਜੋ ਹਾਕੀ ਕੈਨੇਡਾ ਦਾ ਰਿਸਪੌਂਸ ਆਇਆ, ਉਸ ਬਾਰੇ ਜਾਰੀ ਕੀਤਾ ਹੈ। ਜਿਹੜੇ ਇਲਜ਼ਾਮਾਂ ਤਹਿਤ ਹਾਕੀ ਕੈਨੇਡਾ ਨੂੰ ਘੇਰਿਆ ਗਿਆ, ਉਸ ਸੰਬੰਧੀ ਹਾਕੀ ਕੈਨੇਡਾ ਦੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਐਮਪੀਜ਼ ਨੇ ਨਿੰਦਾ ਕੀਤੀ ਹੈ। ਪ੍ਰਧਾਨ ਮੰਤਰੀ ਵੱਲੋਂ ਕਿਹਾ ਗਿਆ ਕਿ ਹਾਕੀ ਕੈਨੇਡਾ ਦਾ ਰਿਸਪੌਂਸ ਦਿਮਾਗ ਨੂੰ ਪਰੇਸ਼ਾਨ ਕਰਨ ਵਾਲਾ ਹੈ ਤੇ ਫੈਡਰਲ ਸਪੋਰਟਸ ਮਿਨਿਸਟਰ ਵੱਲੋਂ ਵੀ ਕਿਹਾ ਗਿਆ ਕਿ ਹੁਣ ਸੰਗਠਨ ਨੂੰ ਸਾਫ਼ ਕਰਨ ਦਾ ਸਮਾਂ ਆ ਗਿਆ। ਦਰਅਸਲ ਹਾਊਸ ਆਫ ਕਾਮਨਸ ਦੀ ਹੈਰੀਟੇਜ ਕਮੇਟੀ ਦੇ ਸਾਹਮਣੇ ਹੋਈ ਇੱਕ ਹਾਈ ਪ੍ਰੋਫਾਈਲ ਪੇਸ਼ੀ ਦੌਰਾਨ ਹਾਕੀ ਕੈਨੇਡਾ ਦੀ ਇੰਟਰਿਮ ਬੋਰਡ ਚੇਅਰ ਵੱਲੋਂ ਸੰਗਠਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ਦੀ ਸ਼ਾਨਦਾਰ ਸ਼ਾਖ ਹੈ। ਨਾਲ ਹੀ ਉਹਨਾਂ ਨੇ ਜ਼ਹਿਰੀਲੇ ਸੱਭਿਆਚਾਰ ਅਤੇ ਕੇਂਦਰ ਵਜੋਂ ਹਾਕੀ ਨੂੰ ਬਲੀ ਦਾ ਬੱਕਰਾ ਬਣਾਉਣ ਦੇ ਵਿਰੁੱਧ ਵੀ ਦਲੀਲ ਦਿੱਤੀ। ਉਹਨਾਂ ਕਿਹਾ ਕਿ ਹਾਕੀ ਕੈਨੇਡਾ ਫੈਡਰਲ ਸਪੋਰਟਸ ਮਿਨਿਸਟਰ ਦੀ ਬੇਨਤੀ ਨੂੰ ਨਕਾਰਦਿਆਂ ਕੋਈ ਵੀ ਪ੍ਰਬੰਧਕੀ ਬਦਲਾਵ ਨਹੀਂ ਕਰੇਗਾ। ਮਿਨਿਸਟਰ ਵੱਲੋਂ ਸੋਮਵਾਰ ਨੂੰ ਕਿਹਾ ਗਿਆ ਸੀ ਕਿ ਜਿਨਸੀ ਸ਼ੋਸ਼ਣ ਪੀੜਤਾਂ ਨੂੰ ਗੁਪਤ ਭੁਗਤਾਨ ਕਰਨ ਵਾਲੇ ਅਦਾਰੇ ਵਿੱਚ ਜਨਤਾ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਇਸ ਦੀ ਗਵਰਨਿੰਗ ਬਾਡੀ ਤੋਂ ਸਮੂਹਿਕ ਅਸਤੀਫਿਆਂ ਦੀ ਲੋੜ ਹੈ। ਉਹਨਾਂ ਵੱਲੋਂ ਕਿਹਾ ਗਿਆ ਕਿ ਮੈਨੂੰ ਲੱਗਦਾ ਹੈ ਕਿ ਹਾਕੀ ਖੇਡਣ ਵਾਲੇ ਸਾਡੇ ਮੁੰਡੇ ਅਤੇ ਕੁੜੀਆਂ ਤੇ ਨਕਾਰਾਤਮਕ ਪ੍ਰਭਾਵ ਪਵੇਗਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਹਾਕੀ ਕੈਨੇਡਾ ਦੇ ਇਸ ਜਵਾਬ ਤੋਂ ਕਾਫੀ ਨਾਖੁਸ਼ ਨਜ਼ਰ ਆਏ ਨੇ।
ਦੱਸੀਏ ਕਿ ਹਾਕੀ ਕਿਊਬਿਕ ਵੱਲੋਂ ਹਾਕੀ ਕੈਨੇਡਾ ਦੇ ਨਾਲ ਆਪਣਾ ਨਾਤਾ ਤੋੜ ਦਿੱਤਾ ਗਿਆ ਹੈ। ਹਾਕੀ ਕਿਊਬਿਕ ਨੇ ਮੰਗਲਵਾਰ ਰਾਤ ਨੂੰ ਖੇਡ ਸੰਸਥਾ ਦੇ ਖਿਲਾਫ ਉੱਭਰੇ ਨਵੇਂ ਦੋਸ਼ਾਂ ਦੇ ਮੱਦੇਨਜ਼ਰ ਹਾਕੀ ਕੈਨੇਡਾ ਨਾਲ ਸੰਬੰਧਾਂ ਨੂੰ ਤੋੜਨ ਵਾਸਤੇ ਵੋਟ ਪਾਈ। ਦੱਸ ਦਈਏ ਕਿ ਮੰਗਲਵਾਰ ਨੂੰ ਹੈਰੀਟੇਜ ਕਮੇਟੀ ਅੱਗੇ ਸਕਿਨਰ ਦੇ ਰਿਸਪਾਂਸ ਨੇ ਐਮਪੀਜ਼ ਵਿੱਚ ਨਿਰਾਸ਼ਾ ਪੈਦਾ ਕੀਤੀ ਅਤੇ ਆਪਣੀ ਪਾਰਟੀ ਮਤਭੇਦਾਂ ਦੇ ਬਾਵਜੂਦ ਐਮਪੀਜ਼ ਨੇ ਮੀਟਿੰਗ ਦੌਰਾਨ ਹਾਕੀ ਕੈਨੇਡਾ ਦੀ ਵਿਆਪਕ ਤੌਰ ਤੇ ਆਲੋਚਨਾ ਕੀਤੀ। ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਹੇਠਾਂ ਆਈਆਂ, ਪਰ ਨਾਲ ਹੀ ਘਰਾਂ ਦੀ ਸੇਲ ਦੇ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਤਾਜ਼ਾ ਜਾਣਕਾਰੀ ਟੋਰਾਂਟੋ ਤੋਂ ਸਾਹਮਣੇ ਆਈ, ਜਿੱਥੇ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ ਘਰਾਂ ਦੀ ਸੇਲ 44% ਹੇਠਾਂ ਆਈ ਹੈ। ਬੋਰਡ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਤੇ ਨਾਲ ਹੀ ਦੱਸਿਆ ਗਿਆ ਕਿ ਪਿਛਲੇ ਮਹੀਨੇ ਦੇ ਮੁਕਾਬਲੇ ਵੀ ਅੰਕੜਾ ਹੇਠਾਂ ਹੀ ਆਇਆ ਹੈ। ਕੈਨੇਡਾ ਵਿੱਚ ਮੌਜੂਦਾ ਸਮੇਂ ਚਾਹੇ ਘਰਾਂ ਦੀਆਂ ਕੀਮਤਾਂ ਘੱਟ ਨੇ, ਪਰ ਘਰਾਂ ਦੀ ਸੇਲ ਦੇ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਹੁਣ ਤਾਜ਼ਾ ਰਿਪੋਰਟ ਟੋਰਾਂਟੋ ਤੋਂ ਸਾਹਮਣੇ ਆਈ, ਜਿੱਥੇ ਟੋਰਾਂਟੋ ਵਿੱਚ ਘਰਾਂ ਦੀ ਸੇਲ ਪਿਛਲੇ ਸਾਲ ਦੇ ਮੁਕਾਬਲੇ 44% ਘੱਟ ਦਰਜ ਕੀਤੀ ਗਈ ਹੈ। ਬੋਰਡ ਦਾ ਕਹਿਣਾ ਹੈ ਕਿ ਵਿਆਜ ਦਰਾਂ ਦੇ ਵਿੱਚ ਜੋ ਵਾਧਾ ਹੋਇਆ, ਇਸ ਤੋਂ ਇਲਾਵਾ ਮਾਰਗੇਜ ਦਰਾਂ ਦੇ ਵਿੱਚ ਜੋ ਇਸ ਸਮੇਂ ਵਾਧਾ ਦੇਖਣ ਨੂੰ ਮਿਲਿਆ, ਉਸ ਕਾਰਨ ਹੀ ਘਰਾਂ ਦੀ ਸੇਲ ਦੇ ਉੱਪਰ ਅਸਰ ਪੈ ਰਿਹਾ ਹੈ। ਟੋਰਾਂਟੋ ਇਲਾਕੇ ਦੇ ਵਿੱਚ ਘਰਾਂ ਦੀ ਸੇਲ ਸਤੰਬਰ ਮਹੀਨੇ ਪਿਛਲੇ ਸਾਲ ਦੇ ਮੁਕਾਬਲੇ 44% ਘੱਟ ਦੱਸੀ ਜਾ ਰਹੀ ਹੈ ਤੇ ਅਗਸਤ ਮਹੀਨੇ ਦੀ ਤੁਲਨਾ ਦੇ ਵਿੱਚ ਇਸ ਅੰਦਰ 10% ਦੀ ਗਿਰਾਵਟ ਦਰਜ ਕੀਤੀ ਗਈ। ਟੋਰਾਂਟੋ ਦੀ ਮਾਰਕੀਟ ਦੇ ਵਿੱਚ ਨਵੀਆਂ ਲਿਸਟਿੰਗਸ ਭਾਵ ਕਿ ਵਿਕਣ ਦੇ ਵਾਸਤੇ ਲਗਾਏ ਘਰਾਂ ਦੀ ਸੰਖਿਆ ਪਿਛਲੇ 20 ਸਾਲਾਂ ਵਿੱਚ ਸਭ ਤੋਂ ਘੱਟ ਦਰਜ ਕੀਤੀ ਗਈ ਹੈ। ਟੋਰਾਂਟੋ ਰੀਜਨਲ ਰੀਅਲ ਏਸਟੇਟ ਬੋਰਡ ਵੱਲੋਂ ਇਸ ਸਭ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਆਮ ਤੌਰ ਦੇ ਉੱਪਰ ਇਸ ਮਹੀਨੇ ਦੌਰਾਨ ਘਰਾਂ ਦੀ ਸੇਲ ਵਿਆਜ ਅਤੇ ਮਾਰਗੇਜ ਦਰਾਂ ਦੇ ਕਾਰਨ ਪ੍ਰਭਾਵਿਤ ਹੋਈ ਹੈ। ਹਾਊਸਿੰਗ ਮਾਰਕੀਟ ਇਸ ਸਮੇਂ ਕਾਫੀ ਠੰਡੀ ਪੈ ਗਈ ਹੈ। ਇਸ ਸਿਲਸਿਲੇ ਕਾਰਨ ਘਰ ਵੇਚਣ ਵਾਲੇ ਵੀ ਥੋੜੀ ਉਡੀਕ ਕਰ ਰਹੇ ਨੇ ਕਿ ਰੀਅਲ ਏਸਟੇਟ ਬਾਜ਼ਾਰ ਮੁੜ ਤੋਂ ਗਤੀ ਦੇ ਵਿੱਚ ਆ ਜਾਵੇ ਤੇ ਉਹ ਬਿਹਤਰ ਸੌਦਾ ਕਰ ਸਕਦੇ ਨੇ। ਸਤੰਬਰ ਮਹੀਨੇ ਦੇ ਵਿੱਚ ਗ੍ਰੇਟਰ ਟੋਰਾਂਟੋ ਏਰੀਆ ਅੰਦਰ 5038 ਘਰ ਵੇਚੇ ਗਏ। ਰੀਜਨ ਦੇ ਵਿੱਚ 11237 ਨਵੀਆਂ ਲਿਸਟਿੰਗਸ ਆਈਆਂ, ਜੋ ਕਿ ਪਿਛਲੇ ਸਾਲ ਦੀ ਤੁਲਨਾ ਦੇ ਵਿੱਚ 17% ਘੱਟ ਦੱਸੀਆਂ ਗਈਆਂ। ਸਾਲ 2022 ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਘੱਟ ਸੰਖਿਆ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਸੇਲ ਦੇ ਉੱਪਰ ਲਗਾਏ ਗਏ ਨਵੇਂ ਘਰਾਂ ਦੀ ਸੰਖਿਆ ਦੇ ਵਿੱਚ ਵੀ ਕਮੀ ਆਈ ਹੈ, ਜਿਸ ਬਾਰੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਹੁਰੀਕੇਨ ਫਿਓਨਾ ਵੱਲੋਂ 12 ਦਿਨ ਪਹਿਲਾਂ ਦਸਤਕ ਦਿੱਤੀ ਗਈ ਸੀ, ਪਰ ਅਜੇ ਵੀ ਇਸ ਦਾ ਕਹਿਰ ਦੇਖਣ ਨੂੰ ਮਿਲ ਰਿਹਾ। 9000 ਤੋਂ ਵੱਧ ਲੋਕਾਂ ਦੇ ਘਰਾਂ ਦੀ ਬਿਜਲੀ ਅਜੇ ਵੀ ਵਾਪਸ ਨਹੀਂ ਆ ਸਕੀ। ਵੱਡੇ ਪੱਧਰ ਦੇ ਉੱਪਰ ਬਿਜਲੀ ਰਿਸਟੋਰ ਕਰ ਲਈ ਗਈ ਹੈ, ਪਰ ਲਗਾਤਾਰ ਇਹੀ ਦੱਸਿਆ ਜਾ ਰਿਹਾ ਕਿ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਕੈਨੇਡਾ ਦੇ ਕੁਝ ਹਿੱਸਿਆਂ ਦੇ ਵਿੱਚ ਫਿਓਨਾ ਚੱਕਰਵਾਤ ਵੱਲੋਂ ਤਬਾਹੀ ਮਚਾਈ ਗਈ। ਇਸ ਨੂੰ ਚਾਹੇ 12 ਦਿਨ ਹੋ ਚੁੱਕੇ ਨੇ, ਪਰ ਮੌਜੂਦਾ ਸਮੇਂ ਵੀ 9000 ਅਜਿਹੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਸਨੀਕ ਨੇ ਜਿਨ੍ਹਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਤਾਜ਼ਾ ਅਪਡੇਟ ਜਾਰੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ 9000 ਕੰਜ਼ਿਊਮਰ ਅਤੇ ਬਿਜ਼ਨਸ ਅਦਾਰੇ ਅਜੇ ਵੀ ਬਿਨਾਂ ਬਿਜਲੀ ਦੇ ਹਨ। ਕੰਪਨੀ ਵੱਲੋਂ ਆਨਲਾਈਨ ਵੀ ਇਸ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਵੈਬਸਾਈਟ ਦੇ ਵਿੱਚ ਦੱਸਿਆ ਗਿਆ ਕਿ ਜ਼ਿਆਦਾਤਰ ਘਰਾਂ ਦੀ ਬਿਜਲੀ ਠੀਕ ਕੀਤੀ ਜਾ ਚੁੱਕੀ ਹੈ ਤੇ ਲਗਾਤਾਰ ਇੱਥੇ ਇਹੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਬਾਕੀ ਬਿਜਲੀ ਵੀ ਠੀਕ ਕਰ ਦਿੱਤੀ ਜਾਵੇ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਐਤਵਾਰ ਤੱਕ 98% ਦੀ ਬਿਜਲੀ ਠੀਕ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਅਪਡੇਟ ਜਾਰੀ ਕਰਦਿਆਂ ਦੱਸਿਆ ਗਿਆ ਕਿ 5 ਸਕੂਲ ਅਜੇ ਵੀ ਬੰਦ ਰੱਖੇ ਜਾਣਗੇ। ਅੱਜ ਬਹੁਤ ਸਾਰੇ ਵਿਦਿਆਰਥੀ ਸਕੂਲਾਂ ਦੇ ਵਿੱਚ ਵਾਪਸੀ ਕਰ ਚੁੱਕੇ ਨੇ, ਜਦਕਿ ਕੁਝ ਸਕੂਲ ਅਜੇ ਵੀ ਬੰਦ ਹਨ। ਇਸ ਬਾਰੇ ਅਪਡੇਟ ਜਾਰੀ ਕੀਤੀ ਗਈ ਹੈ। ਅੱਜ ਡਨਾਗ ਰੀਜਨਲ ਸਕੂਲ ਨੂੰ ਮੁੜ ਤੋਂ ਖੋਲ੍ਹ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਕਈ ਸਕੂਲਾਂ ਨੂੰ ਖੁੱਲ੍ਹੇ ਰੱਖਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੈਨੇਡੀਅਨ ਰੈੱਡ ਕਰਾਸ ਵੱਲੋਂ ਦੱਸਿਆ ਗਿਆ ਕਿ ਉਹਨਾਂ ਵੱਲੋਂ $15 ਮਿਲੀਅਨ ਇਕੱਠੇ ਕਰ ਲਏ ਗਏ ਨੇ ਤਾਂ ਕਿ ਜਿਹੜੇ ਪੀੜਤ ਨੇ ਉਹਨਾਂ ਨੂੰ ਫੰਡ ਜਾਰੀ ਕੀਤਾ ਜਾ ਸਕੇ। ਹਾਦਸੇ ਦੇ ਵਿੱਚ ਇੱਕ ਜ਼ਖਮੀ ਹੋ ਗਿਆ। ਹਸਪਤਾਲ ਦੇ ਵਿੱਚ ਉਸ ਨੂੰ ਜ਼ਖਮੀ ਹਾਲਤ ਦੇ ਚੱਲਦਿਆਂ ਭਰਤੀ ਕਰਵਾਇਆ ਗਿਆ। ਫਿਲਹਾਲ ਉਸ ਬਾਰੇ ਬਹੁਤੀ ਅਪਡੇਟ ਅਜੇ ਪੁਲਿਸ ਅਧਿਕਾਰੀਆਂ ਵੱਲੋਂ ਜਨਤਕ ਨਹੀਂ ਕੀਤੀ ਗਈ। ਓਨਟਾਰੀਓ ਦੇ ਹਾਈਵੇ 7 ਦੇ ਉੱਪਰ ਇੱਕ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਦੱਸਿਆ ਗਿਆ। ਜਿਹੜਾ ਵਿਅਕਤੀ ਜ਼ਖਮੀ ਹੋਇਆ ਉਸ ਨੂੰ 에ਅਰਲਿਫਟ ਕਰਕੇ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਹੁਣ ਤੱਕ ਦੀ ਡਿਟੇਲ ਜਾਰੀ ਕੀਤੀ ਗਈ ਹੈ। ਇਸ ਬਾਰੇ ਓਨਟਾਰੀਓ ਪੁਲਿਸ ਵੱਲੋਂ ਟਵੀਟ ਕੀਤਾ ਗਿਆ, ਜਿੱਥੇ ਉਹਨਾਂ ਨੇ ਦੱਸਿਆ ਕਿ 10:40 ਦੇ ਕਰੀਬ ਸਵੇਰ ਵੇਲੇ ਕਰੋਨੇਸ਼ਨ ਰੋਡ ਦੇ ਨੇੜੇ ਹਾਈਵੇ 7 ਦੇ ਉੱਪਰ ਇੱਕ ਹਾਦਸਾ ਵਾਪਰਿਆ। ਇੱਥੇ 60 ਸਾਲ ਦਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ, ਜਿਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭਰਤੀ ਕਰਵਾਇਆ ਗਿਆ। ਉਸ ਵਾਸਤੇ 에ਅਰ ਐਂਬੂਲੈਂਸ ਦੀ ਵਰਤੋਂ ਕੀਤੀ ਗਈ ਹੈ। ਇੱਥੇ ਇਹ ਹਾਦਸਾ ਕਿਵੇਂ ਵਾਪਰਿਆ, ਅਜੇ ਇਸ ਦੇ ਕਾਰਨ ਨਹੀਂ ਪਤਾ ਲੱਗ ਸਕੇ। ਕਾਰਨ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕੁਝ ਸਮੇਂ ਵਾਸਤੇ ਮੌਕੇ ਵਾਲੀ ਥਾਂ ਨੂੰ ਬੰਦ ਰੱਖਿਆ ਗਿਆ ਪਰ ਬਾਅਦ ਦੇ ਵਿੱਚ ਇਸ ਨੂੰ ਖੋਲ੍ਹ ਦਿੱਤਾ ਗਿਆ। ਹੁਣ ਤੱਕ ਦੀ ਅਪਡੇਟ ਵਿੱਚ ਪੁਲਿਸ ਵੱਲੋਂ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਜੇ ਉਹਨਾਂ ਵੱਲੋਂ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਪੀੜਤ ਦਾ ਨਾਮ ਦੱਸਿਆ ਗਿਆ। ਬੱਚਿਆਂ ਵਾਸਤੇ ਦਵਾਈ ਦੀ ਸਪਲਾਈ ਘੱਟ ਹੋਈ ਹੈ, ਜਿਸ ਤੋਂ ਬਾਅਦ ਮਾਪੇ ਚਿੰਤਾ ਦੇ ਵਿੱਚ ਦਿਖਾਈ ਦੇ ਰਹੇ ਨੇ। ਜੀ ਹਾਂ, ਫਲੂ ਦੇ ਸੀਜ਼ਨ ਦੇ ਵਿੱਚ ਬੱਚਿਆਂ ਨੂੰ ਦੇਣ ਵਾਲੀ ਦਵਾਈ ਦੀ ਸਪਲਾਈ ਘੱਟ ਜਾਣਾ, ਇਸ ਨੂੰ ਲੈ ਕੇ ਮਾਪੇ ਵੱਲੋਂ ਲਗਾਤਾਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਰ ਦੂਜੇ ਪਾਸੇ ਡਾਕਟਰਸ ਕਹਿੰਦੇ ਨੇ ਕਿ ਘਬਰਾਉਣ ਦੀ ਜ਼ਰੂਰਤ ਨਹੀਂ, ਉਹਨਾਂ ਕੋਲ ਹੋਰ ਵੀ ਆਪਸ਼ਨਸ ਹਨ। ਬੱਚਿਆਂ ਵਾਸਤੇ ਬੁਖਾਰ ਦੀ ਜੋ ਦਵਾਈ ਹੈ ਉਸ ਦੀ ਸਪਲਾਈ ਘੱਟ ਹੋਈ, ਇਸ ਤੋਂ ਬਾਅਦ ਹੁਣ ਮਾਪੇ ਪਰੇਸ਼ਾਨ ਦਿਖਾਈ ਦੇ ਰਹੇ ਨੇ। ਜੀ ਹਾਂ, ਕੈਨੇਡਾ ਵਿੱਚ ਮਾਪੇ ਨੂੰ ਇਸ ਸਮੇਂ ਬੱਚਿਆਂ ਵਾਸਤੇ ਫਲੂ ਅਤੇ ਆਮ ਦਵਾਈ ਹਾਸਲ ਕਰਨ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਕੁਝ ਮਾਪੇ ਵੱਲੋਂ ਤਾਂ ਸੋਸ਼ਲ ਮੀਡੀਆ ਉੱਪਰ ਵੀ ਦਵਾਈਆਂ ਦੀ ਭਾਲ ਕੀਤੀ ਜਾ ਰਹੀ ਹੈ। ਦੂਜੇ ਪਾਸੇ ਡਾਕਟਰ ਅਤੇ ਫਾਰਮੇਸੀਆਂ ਮਾਪੇ ਨੂੰ ਇਹ ਯਕੀਨ ਦਿਵਾਉਣ ਵਿੱਚ ਲੱਗੀਆਂ ਹੋਈਆਂ ਨੇ ਕਿ ਉਹਨਾਂ ਕੋਲ ਹੋਰ ਵੀ ਕਈ ਆਪਸ਼ਨਸ ਨੇ। ਦਰਅਸਲ 6 ਮਹੀਨੇ ਪਹਿਲਾਂ ਬੱਚੇ ਦੇ ਬੁਖਾਰ ਅਤੇ ਜ਼ੁਕਾਮ ਵਾਸਤੇ ਦਿੱਤੀ ਜਾਣ ਵਾਲੀ ਆਮ ਦਵਾਈ ਜਿਵੇਂ ਕਿ ਟਾਈਨਲ ਅਤੇ ਐਡਵਿਲ ਦੀ ਖਾਸੀ ਕਿੱਲਤ ਹੋ ਗਈ। ਹੈਲਥ ਕੈਨੇਡਾ ਵੱਲੋਂ ਦੇਸ਼ ਭਰ ਦੇ ਵਿੱਚ ਉਭਰੀ ਇਹਨਾਂ ਦਵਾਈਆਂ ਦੀ ਘਾਟ ਨਾਲ ਨਜਿੱਠਣ ਵਾਸਤੇ ਸਪਲਾਇਰਾਂ ਨਾਲ ਗੱਲ ਕਰਨ ਦੀ ਵੀ ਗੱਲ ਦੱਸੀ ਗਈ। ਪਰ ਡਾਕਟਰਸ ਦਾ ਕਹਿਣਾ ਹੈ ਕਿ ਘਬਰਾਉਣ ਦੀ ਕੋਈ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਨਾਂ ਦਵਾਈਆਂ ਦੇ ਆਪਸ਼ਨਸ ਮੌਜੂਦ ਨੇ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮਾਪੇ ਅਤੇ ਕੇਅਰ ਗਿਵਰਸ ਵਾਸਤੇ ਇਹ ਜਾਣਨ ਵਿੱਚ ਮਦਦ ਮਿਲ ਸਕੇਗੀ ਕਿ ਬੱਚਿਆਂ ਦੇ ਬੁਖਾਰ ਦੇ ਵਧਣ ਦੇ ਕਿਹੜੇ ਸੰਕੇਤ ਦੇਖਣੇ ਚਾਹੀਦੇ ਨੇ। ਸਰੀ ਵਾਸੀ ਹੁਣ ਖਾਸ ਮੰਗ ਕਰ ਰਹੇ ਨੇ। ਇਹ ਮੰਗ ਫਾਇਰ ਫਾਈਟਰਸ ਦੇ ਨਾਲ ਜੁੜੀ ਹੋਈ ਹੈ। ਸਰੀ ਵਾਸੀਆਂ ਦਾ ਕਹਿਣਾ ਹੈ ਕਿ ਹੋਰ ਵੀ ਫਾਇਰ ਫਾਈਟਰਸ ਨੂੰ ਹਾਇਰ ਕੀਤਾ ਜਾਣਾ ਜ਼ਰੂਰੀ ਹੈ। ਇਸ ਬਾਰੇ ਇੱਕ ਸਰਵੇ ਕਰਵਾਇਆ ਗਿਆ ਜਿਸ ਤੋਂ ਇਹ तमाम ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਸਰੀ ਦੇ ਲੋਕਾਂ ਵੱਲੋਂ ਇੱਕ ਖਾਸ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਹੈ ਕਿ ਹੋਰ ਵੀ ਫਾਇਰ ਫਾਈਟਰਸ ਨੂੰ ਕੰਮ ਦੇ ਉੱਪਰ ਰੱਖਿਆ ਜਾਵੇ। ਇਸ ਬਾਰੇ ਇੱਕ ਤਾਜ਼ਾ ਸਰਵੇ ਸਾਹਮਣੇ ਆਇਆ ਜਿਸ ਤੋਂ ਬਾਅਦ ਇਹਨਾਂ तमाम ਗੱਲਾਂ ਦੇ ਬਾਰੇ ਪਤਾ ਚੱਲਿਆ ਹੈ। ਜੀ ਹਾਂ, ਇੱਕ ਟੈਲੀਫੋਨ ਸਰਵੇ ਕਰਵਾਇਆ ਗਿਆ ਜਿਸ ਵਿੱਚ 402 ਸਰੀ ਵਸਨੀਕਾਂ ਨੂੰ ਸ਼ਾਮਲ ਕੀਤਾ ਗਿਆ। ਇਹ ਸਰਵੇ 12 ਸਤੰਬਰ ਤੋਂ 16 ਸਤੰਬਰ ਵਿਚਕਾਰ ਕਰਵਾਇਆ ਗਿਆ। ਇਸ ਤਹਿਤ 87% ਵਾਸੀਆਂ ਦਾ ਕਹਿਣਾ ਹੈ ਕਿ ਹੋਰ ਵੀ ਫਾਇਰ ਫਾਈਟਰਸ ਨੂੰ ਰੱਖਣ ਦੀ ਜ਼ਰੂਰਤ ਹੈ। ਦੱਸ ਦਈਏ ਕਿ ਸਰੀ ਦੇ ਵਿੱਚ ਇਸ ਸਮੇਂ 374 ਫਾਇਰ ਫਾਈਟਰਸ ਹਨ ਤੇ ਹੁਣ ਹੋਰ ਨੂੰ ਵੀ ਕੰਮ ਦੇ ਉੱਪਰ ਰੱਖਣ ਦੀ ਮੰਗ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਹੁਣ ਜੋ ਸਰਵੇ ਤੋਂ ਨਤੀਜੇ ਸਾਹਮਣੇ ਆਏ ਇਸ ਤੋਂ ਪਤਾ ਚੱਲਦਾ ਹੈ ਕਿ ਹਰ 10 ਵਿੱਚੋਂ 9 ਸਰੀ ਵਾਸੀਆਂ ਦੀ ਮੰਗ ਹੈ ਕਿ ਹੋਰ ਵੀ ਜਿਹੜੇ ਫਾਇਰ ਫਾਈਟਰਸ ਨੇ ਉਹਨਾਂ ਨੂੰ ਹਾਇਰ ਕੀਤਾ ਜਾਵੇ। 87% ਸਰੀ ਵਾਸੀਆਂ ਵੱਲੋਂ ਇਸ ਚੀਜ਼ ਨੂੰ ਸਪੋਰਟ ਕੀਤਾ ਜਾ ਰਿਹਾ ਹੈ ਕਿ ਹੋਰ ਵੀ ਫਾਇਰ ਫਾਈਟਰਸ ਹਾਇਰ ਕਰਨ ਦੀ ਜ਼ਰੂਰਤ ਹੈ। ਜਾਣਕਾਰੀ ਲਈ ਦੱਸ ਦਈਏ ਕਿ ਇਹ ਸਰਵੇ ਰਿਸਰਚ ਕਾਰਪੋਰੇਸ਼ਨ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਸਰੀ ਦੇ ਕਈ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਤੇ ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਨੇ। ਅਮਰੀਕਾ ਦੇ ਵਿੱਚ ਪੰਜਾਬੀਆਂ ਨੂੰ ਅਗਵਾ ਕਰਨ ਦਾ ਜੋ ਮਾਮਲਾ ਸਾਹਮਣੇ ਉਸ ਬਾਰੇ ਤਾਜ਼ਾ ਅਪਡੇਟ ਜਾਰੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਸਪੈਕਟ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਸਪੈਕਟ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਕੁਝ ਮੀਡੀਆ ਰਿਪੋਰਟਸ ਤੋਂ ਪਤਾ ਚੱਲਿਆ ਕਿ ਸਸਪੈਕਟ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੀੜਤਾਂ ਦੀ ਅਜੇ ਤੱਕ ਵੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰ ਵੀ ਲਗਾਤਾਰ ਅਪੀਲ ਕਰ ਰਹੇ ਨੇ ਕਿ ਜਲਦ ਤੋਂ ਜਲਦ ਪਰਿਵਾਰਕ ਮੈਂਬਰਾਂ ਨੂੰ ਲੱਭਿਆ ਜਾਵੇ। ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਅਮਰੀਕਾ ਵਿੱਚ ਅਗਵਾ ਕਰਨ ਦੇ ਮਾਮਲੇ ਸੰਬੰਧੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਜਿੱਥੇ ਦੱਸਿਆ ਗਿਆ ਕਿ ਸ਼ੱਕੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਦੀ ਅਜੇ ਤੱਕ ਵੀ ਭਾਲ ਨਹੀਂ ਹੋ ਸਕੀ। ਇਹ 4 ਪੰਜਾਬੀ ਮੂਲ ਦੇ ਵਿਅਕਤੀ ਕਿੱਥੇ ਹਨ ਇਹ ਅਜੇ ਵੀ ਇੱਕ ਮਿਸਟਰੀ ਬਣੀ ਹੋਈ ਹੈ। ਜੀ ਹਾਂ, ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 8 ਮਹੀਨਿਆਂ ਦੇ ਬੱਚੇ ਸਮੇਤ 4 ਪੰਜਾਬੀ ਮੂਲ ਦੇ ਵਿਅਕਤੀਆਂ ਨੂੰ ਅਗਵਾ ਕੀਤਾ ਗਿਆ। ਇਸ ਮਾਮਲੇ ਦੇ ਵਿੱਚ ਸ਼ੱਕੀ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਸ ਦੀ ਉਮਰ 48 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਉਸ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ। ਕੁਝ ਮੀਡੀਆ ਰਿਪੋਰਟਸ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਇਸ ਸਸਪੈਕਟ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਫੀਸਰਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਏ ਪੀੜਤ ਅਜੇ ਵੀ ਲਾਪਤਾ ਨੇ ਜਿਨ੍ਹਾਂ ਦੀ ਭਾਲ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਕੈਲੀਫੋਰਨੀਆ ਤੋਂ ਜਿਹੜੇ 4 ਜਾਣੇ ਅਗਵਾ ਕੀਤੇ ਗਏ ਨੇ ਉਹ ਪੰਜਾਬ ਦੇ ਹੁਸ਼ਿਆਰਪੁਰ ਦੇ ਹਰਸੀ ਪਿੰਡ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ। ਪੰਜਾਬ ਦੇ ਵਿੱਚ ਰਹਿੰਦਾ ਉਹਨਾਂ ਦਾ ਪਰਿਵਾਰ ਇਸ ਸਮੇਂ ਸਦਮੇ ਦੇ ਵਿੱਚ ਹੈ। ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਉਹਨਾਂ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ ਜਿਨ੍ਹਾਂ ਦੇ ਨਾਮ 8 ਮਹੀਨਿਆਂ ਦੀ ਆਰੂਹੀ, ਜਸਲੀਨ ਕੌਰ 27 ਸਾਲ, ਜਸਦੀਪ ਸਿੰਘ 36 ਸਾਲ ਤੇ ਅਮਨਦੀਪ ਸਿੰਘ 39 ਸਾਲ ਦੇ ਤੌਰ ਤੇ ਉੱਪਰ ਦੱਸੀ ਗਈ ਹੈ। ਇਸ ਤੋਂ ਇਲਾਵਾ ਜਿਹੜੀ ਹੋਰ ਜਾਣਕਾਰੀ ਸਾਹਮਣੇ ਆਈ ਉਸ ਤੋਂ ਪਤਾ ਚੱਲਿਆ ਕਿ ਸੋਮਵਾਰ ਦੀ ਰਾਤ ਪਰਿਵਾਰ ਦੀ ਗੱਡੀ ਸੜੀ ਹੋਈ ਅਧਿਕਾਰੀਆਂ ਨੂੰ ਮਿਲੀ ਜਿਸ ਦੇ ਆਧਾਰ ਦੇ ਉੱਪਰ ਕਾਨੂੰਨੀ ਕਾਰਵਾਈ
ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਇਸ ਬਾਰੇ ਨਿਊਜ਼ ਰਿਲੀਜ਼ ਦੇ ਵਿੱਚ ਦੱਸਿਆ ਗਿਆ ਕਿ ਮੰਗਲਵਾਰ ਸਵੇਰ ਵੇਲੇ ਅਧਿਕਾਰੀਆਂ ਨੂੰ ਸੂਚਨਾ ਮਿਲੀ ਕਿ ਪੀੜਤ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ ਗਈ ਹੈ। ਹੁਣ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਕਰ ਰਹੇ ਨੇ, ਜਿਸ ਤੋਂ ਬਾਅਦ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਹਨਾਂ तमाम ਗੱਲਾਂ ਦਾ ਹੀ ਜ਼ਿਕਰ ਕੀਤਾ ਗਿਆ ਜੋ ਤੁਹਾਡੇ ਨਾਲ ਇਸ ਖਬਰ ਦੇ ਵਿੱਚ ਸਾਂਝੀਆਂ ਕੀਤੀਆਂ ਨੇ। ਹੁਰੀਕੇਨ ਪ੍ਰਭਾਵਿਤ ਇਲਾਕਿਆਂ ਦੇ ਵਾਸਤੇ ਤੇ ਪੀੜਤਾਂ ਦੇ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਐਲਾਨ ਕੀਤਾ ਗਿਆ। $300 ਮਿਲੀਅਨ ਦੀ ਰਾਹਤ ਪ੍ਰਧਾਨ ਮੰਤਰੀ ਵੱਲੋਂ ਐਲਾਨੀ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਇਸ ਫੰਡਿੰਗ ਦੇ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਫਿਓਨਾ ਚੱਕਰਵਾਤ ਵੱਲੋਂ ਕੈਨੇਡਾ ਦੇ ਕੁਝ ਹਿੱਸਿਆਂ ਵਿੱਚ ਜੋ ਤਬਾਹੀ ਮਚਾਈ, ਇਸ ਸੰਬੰਧੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਾਹਤ ਦਾ ਐਲਾਨ ਕੀਤਾ ਗਿਆ। ਟਰੂਡੋ ਵੱਲੋਂ ਚੱਕਰਵਾਤ ਪ੍ਰਭਾਵਿਤ ਐਟਲਾਂਟਿਕ ਕੈਨੇਡੀਅਨਸ ਵਾਸਤੇ 300 ਮਿਲੀਅਨ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਦੱਸੀਏ ਕਿ ਨੋਵਾ ਸਕੋਸ਼ੀਆ ਵਿੱਚ ਅਜੇ ਵੀ 20,000 ਘਰਾਂ ਦੀ ਬਿਜਲੀ ਠੱਪ ਹੈ। ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਫਿਓਨਾ ਚੱਕਰਵਾਤ ਤੋਂ ਜੋ ਨੁਕਸਾਨ ਹੋਇਆ, ਉੱਥੇ ਜੂਝ ਰਹੇ ਐਟਲਾਂਟਿਕ ਖਿੱਤੇ ਦੇ ਕੈਨੇਡੀਅਨਸ ਦੀ ਮਦਦ ਵਾਸਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ $300 ਮਿਲੀਅਨ ਦੇ ਰਿਕਵਰੀ ਫੰਡ ਦਾ ਐਲਾਨ ਕੀਤਾ। ਹੈਲੀਫੈਕਸ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ, ਜਿੱਥੇ ਬੋਲਦਿਆਂ ਉਹਨਾਂ ਕਿਹਾ ਕਿ ਇਸ ਰਾਸ਼ੀ ਨੂੰ ਤੂਫਾਨ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਵਾਸਤੇ ਅਗਲੇ 2 ਸਾਲਾਂ ਅੰਦਰ ਵੰਡਿਆ ਜਾਵੇਗਾ ਤੇ ਨਾਲ ਹੀ ਲੰਬੇ ਸਮੇਂ ਦੇ ਰਿਕਵਰੀ ਯਤਨਾਂ ਵਿੱਚ ਵੀ ਮਦਦ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੌਰਾਨ ਪ੍ਰਭਾਵਿਤ ਇਲਾਕਿਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ ਹਨ। ਦੱਸਦੀਏ ਕਿ ਫਿਓਨਾ ਚੱਕਰਵਾਤ ਦੇ 10 ਦਿਨ ਬੀਤ ਜਾਣ ਤੋਂ ਬਾਅਦ ਵੀ ਨੋਵਾ ਸਕੋਸ਼ੀਆ ਵਿੱਚ ਹਜ਼ਾਰਾਂ ਘਰ ਅਜੇ ਵੀ ਬਿਜਲੀ ਸੇਵਾਵਾਂ ਤੋਂ ਵਾਂਝੇ ਹਨ, ਜਿੱਥੇ ਬਿਜਲੀ ਵਾਪਸ ਲਿਆਉਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਵੱਲੋਂ ਦੱਸਿਆ ਕਿ ਪ੍ਰੋਵਿੰਸ ਵਿੱਚ ਅਜੇ ਵੀ 20,000 ਤੋਂ ਵੱਧ ਘਰਾਂ ਵਿੱਚ ਬਿਜਲੀ ਠੱਪ ਹੈ ਤੇ ਬਹੁਤਿਆਂ ਦੀ ਤਾਂ ਲੰਘੇ ਵੀਕਐਂਡ ਹੀ ਬਿਜਲੀ ਬਹਾਲ ਹੋ ਗਈ ਸੀ। ਉਨ੍ਹਾਂ ਕਿਹਾ ਕਿ ਟ੍ਰੈਫਿਕ ਕੰਟਰੋਲ ਵਰਗੇ ਕਾਰਜਾਂ ਵਾਸਤੇ ਵਧੇਰੇ ਫੌਜੀ ਮਦਦ ਦੇਣ ਨਾਲ ਬਿਜਲੀ ਕਰਮਚਾਰੀਆਂ ਦੀ ਉਪਲਬਧਤਾ ਵੱਧ ਜਾਵੇਗੀ ਤੇ ਬਿਜਲੀ ਸੇਵਾਵਾਂ ਦੀ ਬਹਾਲੀ ਤੇਜ਼ ਹੋ ਜਾਵੇਗੀ। ਇਸ ਤੋਂ ਇਲਾਵਾ ਰੱਖਿਆ ਮੰਤਰੀ ਅਨੀਤਾ ਆਨੰਦ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਕਿ ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਵਿੱਚ 850 ਫੌਜੀ ਤਾਇਨਾਤ ਕੀਤੇ ਗਏ ਨੇ। ਸਪੋਕਸਪਰਸਨ ਦਾ ਕਹਿਣਾ ਹੈ ਕਿ ਲੋੜ ਮੁਤਾਬਕ ਫੌਜ ਦੇ ਮੈਂਬਰਾਂ ਦੀ ਤਾਇਨਾਤੀ ਕੀਤੀ ਜਾਂਦੀ ਰਹੇਗੀ ਤੇ ਜਦੋਂ ਤੱਕ ਅਹਿਮ ਸੇਵਾਵਾਂ ਬਹਾਲ ਨਹੀਂ ਹੁੰਦੀਆਂ ਉਦੋਂ ਤੱਕ ਫੌਜੀ ਮਦਦ ਇੱਥੇ ਜਾਰੀ ਰਹਿਣ ਵਾਲੀ ਹੈ। ਇੱਥੋਂ ਲਗਾਤਾਰ ਪ੍ਰਭਾਵਿਤ ਇਲਾਕਿਆਂ ਦੀ ਅਪਡੇਟ ਜਾਰੀ ਕੀਤੀ ਜਾ ਰਹੀ ਹੈ। The federal government is announcing the new $300 million Hurricane Fiona Recovery Fund. This fund will be administered through Atlantic Canada Opportunities Agency, ACOA, and Développement Économique Canada pour les régions du Québec, DEC, as well as other federal departments. This funding will support projects to repair and rebuild storm-damaged critical infrastructure such as wharves, support the cleanup of fishing gear so that boats and marine life can once again safely navigate these waters, of course help local businesses and communities rebuild and recover. We know that it will take time to rebuild, but the community support and the strength and, as Darren put it, the resilience of Atlantic Canadians is well known. These are communities where people look out for each other, where people step up for each other, where we're there to help each other out. And I can tell you Canadians from coast to coast to coast are worried about their fellow Canadians here in Atlantic Canada, and will continue to step up and support, because the community support that I've witnessed here on the East Coast gives me not just hope but assurance that everything will be done to build back even stronger. You're doing what Canadians have always done, helping each other out. ਅਮਰੀਕਾ ਦੇ ਵਿੱਚ ਪੰਜਾਬੀ ਮੂਲ ਦੇ ਪਰਿਵਾਰਕ ਮੈਂਬਰਾਂ ਨੂੰ ਜੋ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ, ਇਸ ਬਾਰੇ ਇੱਕ ਤਾਜ਼ਾ ਹੈਰਾਨ ਕਰਨ ਵਾਲੀ ਅਪਡੇਟ ਸਾਹਮਣੇ ਆਈ ਹੈ। ਵੀਡੀਓ ਪੇਸ਼ ਕੀਤੀ ਗਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੰਦੂਕ ਦੀ ਨੋਕ ਦੇ ਉੱਪਰ ਇਹਨਾਂ ਪੰਜਾਬੀ ਪਰਿਵਾਰਕ ਮੈਂਬਰਾਂ ਨੂੰ ਅਗਵਾ ਕੀਤਾ ਗਿਆ। ਦੱਸ ਦਈਏ ਕਿ ਸਸਪੈਕਟ ਨੂੰ ਗ੍ਰਿਫਤਾਰ ਕਰ ਲਿਆ ਗਿਆ, ਪਰ ਪੀੜਤਾਂ ਦੀ ਭਾਲ ਅਜੇ ਵੀ ਜਾਰੀ ਹੈ। ਅਮਰੀਕਾ ਦੇ ਵਿੱਚ ਜਿਹੜੇ 4 ਪੰਜਾਬੀ ਅਗਵਾ ਕੀਤੇ ਗਏ ਨੇ ਉਹਨਾਂ ਦੀ ਇੱਕ ਤਾਜ਼ਾ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੰਦੂਕ ਦੀ ਨੋਕ ਦੇ ਉੱਪਰ ਇਹਨਾਂ ਨੂੰ ਅਗਵਾ ਕੀਤਾ ਗਿਆ। ਜੀ ਹਾਂ, ਜੋ ਵੀਡੀਓ ਸਾਹਮਣੇ ਆਈ ਹੈ ਉਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਨਜ਼ਰ ਆ ਰਿਹਾ ਹੈ ਕਿ 48 ਸਾਲ ਦਾ ਇੱਕ ਵਿਅਕਤੀ ਪਰਿਵਾਰ ਨੂੰ ਬੰਦੂਕ ਦੀ ਨੋਕ ਤੇ ਅਗਵਾ ਕਰਦਾ ਹੈ। ਪੁਲਿਸ ਅਧਿਕਾਰੀਆਂ ਵੱਲੋਂ ਲਗਾਤਾਰ ਇਸ ਮਾਮਲੇ ਸੰਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਪੀੜਤ ਉਹਨਾਂ ਵੱਲੋਂ ਲੱਭੇ ਨਹੀਂ ਗਏ।
ਹਾਲ ਹੀ ਦੇ ਵਿੱਚ ਪੁਲਿਸ ਦਾ ਇਸ ਬਾਰੇ ਜੋ ਤਾਜ਼ਾ ਬਿਆਨ ਸਾਹਮਣੇ ਆਇਆ ਉਸ ਦੇ ਵਿੱਚ ਦੱਸਿਆ ਗਿਆ ਕਿ ਸਸਪੈਕਟ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਪੀੜਤਾਂ ਦੀ ਭਾਲ ਜਾਰੀ ਹੈ। ਇਸ ਤੋਂ ਇਲਾਵਾ ਪੀੜਤ ਪਰਿਵਾਰ ਦੀ ਇੱਕ ਗੱਡੀ ਵੀ ਉਹਨਾਂ ਨੂੰ ਮਿਲੀ ਜਿਸ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹਨਾਂ ਨਾਲ ਜ਼ਰੂਰ ਸਾਂਝੀ ਕਰਨ। ਦੱਸ ਦਈਏ ਕਿ ਪਿਛਲੇ ਦਿਨੀ ਕੈਲੀਫੋਰਨੀਆ ਤੋਂ ਇੱਕ ਪਰਿਵਾਰ ਦੇ 4 ਮੈਂਬਰ ਅਗਵਾ ਕੀਤੇ ਗਏ ਜਿਨ੍ਹਾਂ ਵਿੱਚ ਇੱਕ 8 ਮਹੀਨੇ ਦੀ ਬੱਚੀ ਵੀ ਸ਼ਾਮਿਲ ਹੈ। ਜਿਨ੍ਹਾਂ ਨੂੰ ਅਗਵਾ ਕੀਤਾ ਗਿਆ ਉਹਨਾਂ ਵਿੱਚ 8 ਮਹੀਨਿਆਂ ਦੀ ਬੱਚੀ ਅਰੋਹੀ, ਉਸ ਦੇ ਮਾਂ-ਬਾਪ ਜਸਲੀਨ ਕੌਰ ਤੇ ਜਸਦੀਪ ਸਿੰਘ ਤੇ ਉਸ ਦਾ ਅੰਕਲ ਸ਼ਾਮਿਲ ਹੈ ਜਿਸ ਦਾ ਨਾਮ ਅਮਨਦੀਪ ਸਿੰਘ ਦੱਸਿਆ ਗਿਆ। ਹੁਣ ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੱਭਿਆ ਜਾਵੇ। Everybody, whoever have the cameras, please check the camera. If you guys have any helpful tip or video, please provide it to the sheriff department or law enforcement department. They're trying their best what they can do, but we need a public help right now. So I want to say strongly again to everybody, whoever watching me, please help us out, come forward, so my family come home safe. This is a peace-loving family and running a small business in the Merced area. We have been living in this area for a long time. We are devastated, we are shocked, we are dying every moment, not finding any clues. So if anyone has seen anything, even a small interaction, somebody at the gas station, somebody buying something, where the suspect was taking them, any shifting of cars when he was doing that, or if he was doing that, so please do come forward. Any small lead could get us to our family. And I wanted to also thank all the sheriff department and the people that are involved, the media channels, outlets as well. And I would also say that please share it. It could be beyond California, so if we could get help, taking it out to all of the public, national news, that will, get us more traction in finding those suspects. ਗੱਡੀ ਦੇ ਵਿੱਚ ਬੈਠੇ ਪਰਿਵਾਰ ਦੇ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਹੈ। ਜਿਨ੍ਹਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹਨਾਂ ਵਿੱਚ ਬੱਚੇ ਅਤੇ ਗਰਭਵਤੀ ਔਰਤ ਸ਼ਾਮਿਲ ਹੈ। ਇਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਇਸ ਸਮੇਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਫਲੋਰੀਡਾ ਦੇ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਹੈ ਜਿੱਥੇ ਇੱਕ ਗਰਭਵਤੀ ਔਰਤ ਦੇ ਉੱਪਰ ਵੀ ਗੋਲੀਆਂ ਚਲਾਈਆਂ ਗਈਆਂ ਨੇ। ਅਧਿਕਾਰੀਆਂ ਵੱਲੋਂ ਹੁਣ ਇਸ ਸਾਰੇ ਮਾਮਲੇ ਦੇ ਬਾਰੇ ਅਪਡੇਟ ਜਾਰੀ ਕੀਤੀ ਗਈ ਹੈ ਜਿੱਥੇ ਉਹਨਾਂ ਦੱਸਿਆ ਕਿ ਗੋਲੀਬਾਰੀ ਦਾ ਇਹ ਮਾਮਲਾ ਫਲੋਰੀਡਾ ਦੇ ਟੈਂਪਾ ਤੋਂ ਸਾਹਮਣੇ ਆਇਆ ਜਿੱਥੇ ਪਾਰਕ ਦੇ ਵਿੱਚ ਕਾਰ ਅੰਦਰ ਕੁਝ ਲੋਕ ਸੁੱਤੇ ਪਏ ਸਨ। ਇਸ ਦੌਰਾਨ 5 ਜਾਣਿਆਂ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ 3 ਬੱਚੇ ਅਤੇ ਇੱਕ ਗਰਭਵਤੀ ਔਰਤ ਸ਼ਾਮਲ ਸੀ। ਗੋਲੀਬਾਰੀ ਦੀ ਇਹ ਘਟਨਾ ਸਵੇਰੇ ਤੜਕੇ 4:30 ਦੇ ਕਰੀਬ ਵਾਪਰੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਤਾ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਉੱਚੀ ਚੀਕਣ ਲੱਗਾ। ਇੱਥੇ ਪਰਿਵਾਰਕ ਮੈਂਬਰਾਂ ਦੇ ਉੱਪਰ ਦਰਜਨ ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਇਸ ਸਮੇਂ ਹਸਪਤਾਲ ਭਰਤੀ ਕਰਵਾਇਆ ਗਿਆ। ਜਿਨ੍ਹਾਂ ਨੂੰ ਗੋਲੀ ਲੱਗੀ ਉਸ ਵਿੱਚ 9 ਸਾਲ ਦੀ ਬੱਚੀ, 4 ਸਾਲ ਦਾ ਬੱਚਾ ਤੇ 3 ਸਾਲ ਦੀ ਬੱਚੀ ਸ਼ਾਮਲ ਦੱਸੇ ਜਾ ਰਹੇ ਨੇ। ਹੁਣ ਪੁਲਿਸ ਅਧਿਕਾਰੀਆਂ ਵੱਲੋਂ ਇਸ ਸਾਰੇ ਮਾਮਲੇ ਬਾਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਵੱਲੋਂ ਅਜੇ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਟੈਂਪਾ ਪੁਲਿਸ ਦੇ ਨਾਲ 8132316130 ਦੇ ਉੱਪਰ ਕਾਲ ਕਰਕੇ ਸਾਰੀ ਜਾਣਕਾਰੀ ਸਾਂਝੀ ਕਰ ਸਕਦੇ ਨੇ। ਫਿਲਹਾਲ ਇਸ ਮਾਮਲੇ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਣ ਦੀ ਤਿਆਰੀ, IRCC ਵੱਲੋਂ ਜਲਦ ਕੀਤਾ ਜਾਵੇਗਾ ਐਲਾਨ। ਟਰੂਡੋ ਨੂੰ ਕਿਸਨੇ ਕੀਤਾ ਨਿਰਾਸ਼, ਹਾਕੀ ਕੈਨੇਡਾ ਦੇ ਜਵਾਬ ਤੇ ਟਰੂਡੋ ਦੀ ਟਿੱਪਣੀ। ਟੋਰਾਂਟੋ ਵਿੱਚ ਘਰਾਂ ਦੀ ਸੇਲ ਹੋਈ ਘੱਟ, 44% ਦੀ ਆਈ ਕਮੀ। 900 ਘਰਾਂ ਦੀ ਨਹੀਂ ਠੀਕ ਹੋਈ ਬਿਜਲੀ, ਹੁਰੀਕੇਨ ਦਾ ਅਸਰ ਅਜੇ ਵੀ ਜਾਰੀ। ਇਹ ਸਨ ਕੁਝ ਖਬਰਾਂ ਜਿਹੜੀਆਂ ਅੱਜ ਦਾ ਦਿਨ ਕੈਨੇਡਾ ਤੋਂ ਸਾਹਮਣੇ ਆਈਆਂ। ਬਾਕੀ ਖਬਰਾਂ ਲਈ ਤੁਸੀਂ ਬਣੇ ਰਹੋ TV ਪੰਜਾਬ ਨਾਲ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੀੜਾ ਨੂੰ ਦਿਓ ਇਜਾਜ਼ਤ।